श्री वाहिगुरु साहिब जी। सारंगा महला नौवां, कहा मन बिखिया स्यों लपटाही। या जग मह को रहन न पावै, एक आवै एक जाही रहाओ। काको तन तन संपत, काकी कास्यों नेहा लगाई। जो दिसै सो सगल विनाशै, जो बंदर की छाई। काको तन तन संपत काकी, कास्यो नेहा लगाही। जो दिसै सो सगल विनाशै, जो बंदर की छाही। ताज अभिमान शरण संतन कहो, मुक्त होहे छिन माही। जन नानक भगवंता भजन बिना, सुख सुपने भी नहीं। ताज अभिमान शरण संतन कहो, मुक्त होहे छिन माही। जन नानक भगवंता भजन बिना, सुख सुपने भी नहीं। वाहिगुरु जी का खालसा, वाहिगुरु जी की फतेह। धन धन साहिब श्री गुरु ग्रंथ साहिब जी महाराज, जिन्हां दी पावन पवित्र निੱਘੀ गोद अंदर आप समूह हाजरीन संध्या दे दीवाना अंदर जुड़ बैठे हो। गुरदेव सतगुरु ने सुभागा समा बख्शिश किया है पावन पवित्र बाणी की विचार करन दा। चल रही लड़ीवार विचार पावन पवित्र बाणी धन गुरु तेग बहादुर पातशाह जी के मुखार बिंद तो उच्चारण किया। सारंग राग के अंदर ये दूसरा शब्द है। गुरदेव सतगुरु जो उपदेश सानू बख्शिश करते हैं रहाव के पद अंदर, कहा मन बिखिया स्यों लपटाही। या जग मह को रहन न पावै, एक आवै एक जाही रहाओ। धन गुरु तेग बहादुर पातशाह जी इस शब्द के राही सानू जो उपदेश बख्शिश करते हैं, पातशाह जी इत्थे वचन करते। सारंग राग के अंदर जो प्रकरण चल रहा है, ਉਹਦੇ ਵਿੱਚ संसार ਨੂੰ एक नाशवान रूप ਦੇ ਵਿੱਚ दर्शाया गया है। सतगुरु पातशाह जी ने भली भांति ਇਹ ਗੱਲ स्पष्ट की है भी संसार एक धुएं की न्याई है, एक परछाਵੇਂ की तरह है, एक सुपने की तरह है। ये सदैव सच नहीं। जिथे पातशाह जी ने गल की भी मनुख ने इस संसार में सदैव टिकना नहीं, जिन्हां पदार्थां दे पिछे तू भज्या फिरदा है, वो पदार्थ भी सदैव टिकण वाले नहीं। जिन्हां दे बाबत सतगुरु पातशाह जी ने शब्द वरत्या भी ये झूठे ने, ये कूड़ ने, जिन्हां नूं आसा दी वार दे विच असीं पढ़दे हां। सतगुरु पातशाह बचन कढ़दे, कूड़ राजा कूड़ प्रजा कूड़ सब संसार, कूड़ मंडप कूड़ माड़ी कूड़ बैसणहार। भी सारा कुछ कूड़ ये झूठा ही है। साध संगत जी, संसार के पदार्थों को झूठा इस करके क्या, इन्हां दे बाबत कूड़ शब्द इस करके वरत्या क्योंकि कूड़ शब्द उदों वरत्या जाता जो असी किसी चीज नूं तजबी दिंदे हां झूठ दे नाल भी एक कूड़ है। कोई मनुख जिहड़ी गल करे,
ਸਪਸ਼ਟ ਰੂਪ ਦੇ ਵਿੱਚ ਜਿਹੜੀ ਗੱਲ ਹੈ ਉਹ ਉਹਦੇ ਵਿਪਰੀਤ ਉਲਟੀ ਗੱਲ ਕਰਦਾ ਹੈ। ਉਹ ਸੱਚੀ ਗੱਲ ਨੂੰ ਸਾਹਮਣੇ ਨਹੀਂ ਲਿਆ ਰਿਹਾ, ਝੂਠ ਬਿਆਨ ਕਰ ਰਿਹਾ, ਜੋ ਹੋਇਆ ਹੀ ਨਹੀਂ ਉਹਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰ ਰਿਹਾ, ਤੇ ਉਹਦੇ ਬਾਬਤ ਸ਼ਬਦ ਵਰਤਿਆ ਜਾਵੇਗਾ ਕੂੜ। ਤੇ ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਸ ਸੰਸਾਰ ਦੇ ਪਦਾਰਥਾਂ ਨੂੰ ਤੂੰ ਸਦੀਵ ਸਮਝਦਾ ਨਾ, ਸੱਚੇ ਸਮਝਦਾ ਹੈ, ਜਿਨ੍ਹਾਂ ਦੇ ਪਿੱਛੇ ਤੂੰ ਭੱਜਿਆ ਫਿਰਦਾ, ਪਾਤਸ਼ਾਹ ਜੀ ਕਹਿੰਦੇ ਉਹ ਕੂੜ ਨੇ, ਸਦਾ ਟਿਕਣ ਵਾਲੇ ਨਹੀਂ। ਇਹ ਹੋ ਸਕਦਾ ਹੈ ਜਿਨ੍ਹਾਂ ਨੂੰ ਇਕੱਠਾ ਕਰਨ ਦੇ ਵਿੱਚ ਤੂੰ ਇੰਨਾ ਸਮਾਂ ਬਰਬਾਦ ਕਰ ਦਿੱਤਾ, ਤੂੰ ਤੇ ਹੋ ਸਕਦਾ ਕੁਝ ਦਿਨ ਸੰਸਾਰ ਵਿੱਚ ਟਿਕਿਆ ਰਵੇਂ, ਉਹ ਤੇਰੇ ਤੋਂ ਪਹਿਲਾਂ ਨਾਸ਼ਵਾਨ ਹੋ ਜਾਣ। ਜਿਸ ਤਰ੍ਹਾਂ ਸਾਧ ਸੰਗਤ ਜੀ ਗੱਡੀ ਖਰੀਦ ਕੇ ਲਿਆਂਦੀ ਤੇ ਹੱਲੇ ਤੇ ਮਨੁੱਖ ਨੇ ਆਪਣੇ ਚਾਅ ਵੀ ਨਹੀਂ ਪੂਰੇ ਕੀਤੇ ਹੁੰਦੇ, ਤੇ ਕਹਿੰਦੇ ਗੱਡੀ ਦਾ ਐਕਸੀਡੈਂਟ ਹੋ ਜਾਂਦਾ ਹੈ। ਤੇ ਕੀ ਉਹਦੇ ਬਾਬਤ ਇਹ ਗੱਲ ਕਹੀ ਜਾ ਸਕਦੀ ਹੈ? ਇੰਨਾ ਧਨ ਪਦਾਰਥ ਇਕੱਠਾ ਕਰਕੇ, ਮਿਹਨਤ ਕਰਕੇ ਉਹ ਗੱਡੀ ਖਰੀਦੀ, ਤੇ ਮਨੁੱਖ ਫਿਰ ਸਮਝਦਾ ਵੀ ਖਿਣ ਮਾਤਰ ਦਾ ਸਮਾਂ ਨਹੀਂ ਲੱਗਿਆ ਤੇ ਇਹ ਖਤਮ ਹੋ ਗਈ, ਇਹ ਬਿਨਸ ਗਈ। ਬਣੀ ਬਣਾਈ ਇਮਾਰਤ ਭੂਕੰਪ ਦੇ ਵਿੱਚ, ਸਾਈਕਲੋਨ ਦੇ ਵਿੱਚ ਉਹ ਢਾਹ ਢੇਰੀ ਹੋ ਜਾਂਦੀ, ਖਤਮ ਹੋ ਜਾਂਦੀ ਹੈ। ਜਿਹਨੂੰ ਇਹ ਸੋਚ ਕੇ ਬਣਾਇਆ ਸੀ ਵੀ ਸ਼ਾਇਦ ਇਹਦੇ ਵਿੱਚ ਅਸੀਂ ਵੀ ਰਵਾਂਗੇ, ਸਾਡੇ ਬੱਚੇ ਰਹਿਣਗੇ, ਆਉਣ ਵਾਲੀਆਂ ਸਾਡੀਆਂ ਸੰਤਾਨਾਂ ਇਹਨਾਂ ਵਿੱਚ ਰਹਿਣਗੇ, ਇਸੇ ਕਰਕੇ ਤੇ ਮਨੁੱਖ ਇੱਕ ਇਮਾਰਤ ਥੱਲੇ, ਇੱਕ ਉਹਦੇ ਉੱਪਰ, ਇੱਕ ਉਹਦੇ ਉੱਪਰ ਕਈ ਮਾਲੇ ਬਣਾਉਂਦਾ ਹੈ ਵੀ ਮੈਂ ਵੀ ਰਵਾਂਗਾ, ਮੇਰਾ ਪਰਿਵਾਰ, ਮੇਰੇ ਪੋਤੇ ਵੀ ਰਹਿਣਗੇ, ਮੇਰੀਆਂ ਧੀਆਂ ਰਹਿਣਗੀਆਂ, ਮੇਰੇ ਦੋਤੇ ਆਉਣਗੇ, ਉਹ ਵੀ ਰਹਿਣਗੇ। ਕਦੇ ਕੋਈ ਫੰਕਸ਼ਨ ਕਰਨਾ ਹੋਇਆ ਤੇ ਇਹਦੇ ਵਿੱਚ 100 ਬੰਦਾ ਵੀ ਇਕੱਠਾ ਹੋ ਜਾਏਗਾ, ਹਾਲ ਵੀ ਬਣਾ ਦਿੰਦੇ। ਪਰ ਪਾਤਸ਼ਾਹ ਕਹਿੰਦੇ ਇਸ ਗੱਲ ਦਾ ਪਤਾ ਨਹੀਂ ਵੀ ਕਦੋਂ ਸਭ ਕੁਝ ਢਾਹ ਢੇਰੀ ਹੋ ਜਾਵੇ, ਖਤਮ ਹੋ ਜਾਵੇ। ਸੋ ਇਸੇ ਸ਼ਬਦ ਦੇ ਅੰਦਰ ਵੀ ਸਤਿਗੁਰੂ ਪਾਤਸ਼ਾਹ ਜੀ ਸੰਸਾਰ ਦੇ ਬਾਬਤ ਇਹੋ ਸਾਨੂੰ ਕੁਝ ਦੱਸਦੇ ਨੇ। ਕਹਾਂ ਮਨ ਵਿਖਿਆ ਸਿਉ ਲਪਟਾਹੀ। ਤੇ ਸਾਧ ਸੰਗਤ ਜੀ ਵਿਖਿਆ ਕੀ ਹੈ? ਸੰਸਾਰ ਦੀ ਮਾਇਆ ਨੂੰ ਵਿਖਿਆ ਗਿਆ ਹੈ। ਸੰਸਾਰ ਦੇ ਮਾਇਕ ਪਦਾਰਥ ਨੂੰ, ਵਿਸ਼ੇ ਵਿਕਾਰਾਂ ਨੂੰ ਵਿਖਿਆ ਕਿਹਾ ਗਿਆ ਹੈ। ਇਹ ਪਾਤਸ਼ਾਹ ਕਹਿੰਦੇ ਕਹਾਂ ਮਨ, ਹੇ ਮਨਾ, ਕਿਸ ਦੇ ਲਈ? ਵਿਖਿਆ ਦੇ ਲਈ ਆਪਣੇ ਆਪ ਨੂੰ ਤੂੰ ਵਿਸ਼ੇ ਵਿਕਾਰਾਂ ਦੇ ਵਿੱਚ ਲਟਕਾਈ ਫਿਰਦਾ ਹੈ। ਆਪਣੇ ਮਨ ਨੂੰ ਤੂੰ ਮਾਇਆ ਦੇ ਜਾਲ ਦੇ ਵਿੱਚ ਫਸਾਈ ਫਿਰਦਾ ਹੈ। ਉਹਨੇ ਵਿਸ਼ੇ ਵਿਕਾਰਾਂ ਦੀ ਖਾਤਰ, ਹੇ ਮਨਾ, ਕਿਉਂ? ਇਹ ਸਦੀਵ ਟਿਕਣ ਵਾਲੀਆਂ ਨਹੀਂ। ਕਿਉਂਕਿ ਸਾਧ ਸੰਗਤ ਜੀ ਸੰਸਾਰ ਦੇ ਵਿਸ਼ੇ ਵਿਕਾਰ, ਮਾਇਆ ਦਾ ਰੂਪ ਏਦਾਂ ਦਾ ਹੈ ਨਾ ਵੀ ਮਨੁੱਖ ਭਲੀ ਭਾਂਤ ਸਭ ਕੁਝ ਜਾਣਦਾ ਹੋਇਆ ਵੀ ਇਹਨੂੰ ਪਛਾਣ ਨਹੀਂ ਸਕਦਾ। ਜਿਹਨੂੰ ਸਾਧ ਸੰਗਤ ਜੀ ਇੱਕ ਕਿਹਾ ਜਾਂਦਾ ਨਾ ਵੀ ਇੱਕ ਜ਼ਹਿਰ ਦੀ ਤਰ੍ਹਾਂ, ਇੱਕ ਪੋਇਜ਼ਨ ਦੀ ਤਰ੍ਹਾਂ ਹੈ। ਜਿਹਨੂੰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਹ ਵਿਸ਼ੇ ਵਿਕਾਰ ਏਦਾਂ ਦੇ ਨੇ ਜਿਨ੍ਹਾਂ ਦੀ ਖਾਤਰ ਤੂੰ ਆਪਣੀ ਜ਼ਿੰਦਗੀ ਦਾਅ ਦੇ ਉੱਤੇ ਲਾ ਰੱਖੀ ਹੈ। ਤੈਨੂੰ ਸਮਝ ਨਹੀਂ ਆ ਰਹੀ, ਕਿਉਂ? ਕਿਉਂਕਿ ਸਾਧ ਸੰਗਤ ਜੀ ਇਹਨਾਂ ਦਾ ਆਦੀ ਹੋ ਚੁੱਕਿਆ, ਉਹ ਮਿੱਠੇ ਨੇ, ਉਹ ਪਦਾਰਥ ਇਹਨੂੰ ਮਿੱਠੇ ਲੱਗਦੇ ਨੇ। ਜਿਸ ਤਰ੍ਹਾਂ ਸਾਧ ਸੰਗਤ ਜੀ ਕੋਈ ਮਨੁੱਖ ਨਾ ਕਹਿੰਦੇ ਵੀ ਉਹ ਡਾਇਬਟੀਜ਼ ਦਾ ਮਰੀਜ਼ ਹੋ ਚੁੱਕਿਆ ਹੈ ਤੇ ਮਿੱਠੇ ਪਦਾਰਥ, ਉਹ ਚੀਨੀ ਵਾਲੀਆਂ ਵਸਤੂਆਂ ਜਿਨ੍ਹਾਂ ਦੇ ਵਿੱਚ ਸ਼ੂਗਰ ਜ਼ਿਆਦਾ ਹੈ, ਉਹਦੇ ਸਰੀਰ ਦੇ ਵਾਸਤੇ ਹਾਨੀਕਾਰਕ ਨੇ, ਨੁਕਸਾਨਦਾਇਕ। ਡਾਕਟਰ ਹਿਦਾਇਤ ਦਿੰਦੇ ਨੇ ਵੀ ਨਹੀਂ ਖਾਣੀਆਂ, ਪਰ ਸਾਧ ਸੰਗਤ ਜੀ ਉਹਦਾ ਮਨ ਬਾਰ-ਬਾਰ ਕਰਦਾ ਹੈ, ਉਹ ਖਾਂਦਾ ਉਹਨਾਂ ਨੂੰ। ਉਹਨਾਂ ਦਾ ਸਵਾਦ ਜਿਹੜਾ ਹੈ ਉਹ ਸਰੀਰ ਦੇ ਵਾਸਤੇ ਮਿੱਠਾ ਲੱਗਦਾ, ਜੀਭਾਂ ਦੇ ਵਾਸਤੇ ਸਵਾਦ ਮਿੱਠਾ ਹੈ, ਪਰ ਉਹਦਾ ਜਿਹੜਾ ਰਿਜ਼ਲਟ ਹੈ ਨਾ ਉਹ ਸਰੀਰ ਦੇ ਵਾਸਤੇ ਜ਼ਹਿਰ ਦੀ ਸਮਾਨ ਹੈ। ਤੁਹਾਡੇ ਸਰੀਰ ਨੂੰ ਉਹ ਗਾਲ ਕੇ ਰੱਖ ਦੇਗਾ, ਖਤਮ ਕਰ ਦੇਗਾ। ਇਸੇ ਤਰ੍ਹਾਂ ਜਿਹੜਾ ਮਨੁੱਖ ਵਿਸ਼ੇ ਵਿਕਾਰਾਂ ਦਾ ਆਦੀ ਹੋ ਚੁੱਕਿਆ ਨਾ, ਉਹਨੂੰ ਸਮਝ ਨਹੀਂ ਆਉਂਦੀ, ਉਹ ਇਹਦਾ ਆਦੀ ਬਣ ਜਾਂਦਾ। ਉਹਨੂੰ ਇਹ ਪਦਾਰਥ ਮਿੱਠੇ ਲੱਗਦੇ ਨੇ, ਉਹਨੂੰ ਇਹਨਾਂ ਦੇ ਵਿੱਚੋਂ ਰਸ ਪ੍ਰਾਪਤ ਹੁੰਦਾ, ਮਿਠਾਸ ਪ੍ਰਾਪਤ ਹੁੰਦੀ ਹੈ, ਪਰ ਅੰਦਰੂਨੀ ਤੌਰ ਦੇ ਉੱਤੇ ਉਹ ਸਾਡਾ ਕਿੰਨਾ ਨੁਕਸਾਨ ਕਰਦੀ ਇਸ ਗੱਲ ਦਾ ਪਤਾ ਨਹੀਂ। ਇੱਕ ਨਸ਼ੇ ਕਰਨ ਵਾਲਾ ਉਸ ਡਿੱਬੀ ਦੇ ਉੱਪਰ, ਉਸ ਪਾਊਚ ਦੇ ਉੱਪਰ ਲਿਖਿਆ ਵੀ ਹੁੰਦਾ ਤੁਹਾਡੀ ਸਿਹਤ ਵਾਸਤੇ ਇਹ ਹਾਨੀਕਾਰਕ ਹੈ, ਇਹਨਾਂ ਕੈਂਸਰ ਰੋਗ ਵੀ ਹੋ ਸਕਦਾ ਹੈ। ਪਰ ਉਹਦੀ ਲੱਤ ਲੱਗੀ ਹੈ ਮਨੁੱਖ ਨੂੰ,
ਉਹ ਉਹਨੂੰ ਛੱਡਦਾ ਨਹੀਂ, ਆਪਣੀ ਜ਼ਿੰਦਗੀ ਦਾਅ ਤੇ ਲਾ ਦਿੰਦਾ ਹੈ ਕੁਝ ਸਵਾਦ ਦੀ ਖਾਤਰ, ਪਰ ਉਹਨੂੰ ਛੱਡਣ ਨੂੰ ਤਿਆਰ ਨਹੀਂ। ਤੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਐਦਾਂ ਦੇ ਮਨੁੱਖ ਨੂੰ ਜਿਹੜੇ ਵਿਸ਼ੇ ਵਿਕਾਰਾਂ ਵਿੱਚ ਆਪਣੀ ਜ਼ਿੰਦਗੀ ਵਿੱਚ ਬਤੀਤ ਕਰਦੇ ਨੇ ਨਾ, ਉਹਨਾਂ ਨੂੰ ਸਮਝਾਉਣ ਦਾ ਜਿੰਨਾ ਮਰਜ਼ੀ ਯਤਨ ਕਰ ਲਓ ਉਹ ਸਮਝਦੇ ਨਹੀਂ। ਤੇ ਭਗਤ ਧੰਨਾ ਜੀ ਬੜਾ ਸੁੰਦਰ ਉਪਦੇਸ਼ ਕਰਦੇ ਗੁਰਬਾਣੀ ਦੇ ਅੰਦਰ, ਕਹਿੰਦੇ ਭ੍ਰਮਤ ਫਿਰਤ ਬਹੁ ਜਨਮ ਬਿਲਾਨੇ, ਤਨ ਮਨ ਤਨ ਨਹੀਂ ਧੀਰੇ। ਕਹਿੰਦੇ ਮਾਇਆ ਦੇ ਵਿੱਚ ਵਿਸ਼ੇ ਵਿਕਾਰਾਂ ਦੇ ਵਿੱਚ ਭਰਮਦਿਆਂ ਕਿੰਨਾ ਸਮਾਂ ਜਨਮਾਂ ਦੇ ਜਨਮ ਗੁਜ਼ਰ ਗਏ, ਤਨ ਮਨ ਧਨ ਨਹੀਂ ਧੀਰੇ। ਇਹ ਸਾਧ ਸੰਗਤ ਜੀ, ਇਹ ਸਭ ਤੋਂ ਪਹਿਲਾਂ ਇਹ ਤਨ ਤੇ ਫਿਰ ਮਨ ਤੇ ਧਨ ਪਦਾਰਥ ਲੋੜ ਦੀਆਂ ਵਸਤੂਆਂ ਨਹੀਂ ਧੀਰੇ ਦਾ ਮਤਲਬ ਹੈ ਵੀ ਇਹ ਕਦੇ ਵੀ ਟਿਕਣ ਵਾਲੀਆਂ ਨਹੀਂ। ਮਾਇਆ ਦੇ ਵਿੱਚ ਵਿਸ਼ੇ ਵਿਕਾਰਾਂ ਦੇ ਵਿੱਚ ਆਪਣਾ ਜਿਹੜਾ ਹੈ ਸਰੀਰ ਇਹਨਾਂ ਦੇ ਵਿੱਚ ਗਾਲ ਕੇ ਰੱਖ ਦਿੱਤਾ, ਇਹਨਾਂ ਪਦਾਰਥਾਂ ਦੇ ਵਿੱਚ। ਤੇ ਕਹਿੰਦੇ ਮਨ ਜਿਹੜਾ ਸੀ ਮਾਇਆ ਦੇ ਵਿੱਚ ਫਸਿਆ ਹੋਇਆ, ਮਨ ਉਸ ਮਾਇਆ ਦੇ ਵਿੱਚ ਫਸਿਆ ਹੋਇਆ ਹੀ ਰਹਿ ਗਿਆ। ਤੇ ਧਨ ਤੇ ਇਹ ਤਨ ਜਿਹੜਾ ਸੀ ਇਹ ਇਹਨਾਂ ਵਿਸ਼ੇ ਵਿਕਾਰਾਂ ਦੇ ਵਿੱਚ ਭਰਮ ਦਾ ਖਤਮ ਹੋ ਗਿਆ, ਨਾਸ਼ ਹੋ ਗਿਆ। ਤੇ ਅੱਗੇ ਪਾਤਸ਼ਾਹ ਬਚਨ ਕਰਦੇ, ਲਾਲਚ ਬਿਖ ਕਾਮ ਲੁਭਤ ਰਾਤਾਂ, ਮਨ ਵਿਸਰੈ ਪ੍ਰਭ ਹੀਰੇ। ਕਹਿੰਦੇ ਜਿਹੜਾ ਲਾਲਚੀ ਮਨੁੱਖ ਹੈ ਨਾ, ਲਾਲਚੀ ਮਨੁੱਖ ਕਹਿੰਦੇ ਜ਼ਹਿਰ ਰੂਪੀ ਪਦਾਰਥਾਂ ਦੇ ਵਿੱਚੋਂ ਉਹ ਕਹਿੰਦੇ ਲੋਭ ਲੱਭਦਾ ਫਿਰਦਾ ਹੈ, ਉਹਨਾਂ ਦੇ ਵਿੱਚੋਂ ਲੋਭ ਪ੍ਰਾਪਤ ਕਰਦਾ ਫਿਰਦਾ ਹੈ। ਉਹ ਕਾਮ ਦੇ ਵਿੱਚ, ਕ੍ਰੋਧ ਦੇ ਵਿੱਚ ਗਰਸਿਆ ਹੋਇਆ, ਇਹਨਾਂ ਵਿਕਾਰਾਂ ਦੇ ਵਿੱਚ ਗਰਸਿਆ ਹੋਇਆ ਹੈ, ਪਰ ਉਹਨੂੰ ਪਤਾ ਨਹੀਂ ਲੱਗਦਾ। ਕਿਉਂਕਿ ਸਾਧ ਸੰਗਤ ਜੀ, ਜਿਨ੍ਹਾਂ ਦੇ ਵਿੱਚ ਉਹ ਗਰਸਿਆ, ਜਿਨ੍ਹਾਂ ਵਸਤੂਆਂ ਦਾ ਉਹ ਆਦੀ ਹੋ ਚੁੱਕਿਆ ਨਾ, ਇਹ ਬਿਖ ਸਮਾਨ, ਜ਼ਹਿਰ ਦੀ ਸਮਾਨ ਨੇ। ਇਹ ਹਮੇਸ਼ਾ ਸਾਡੇ ਸਰੀਰ ਨੂੰ ਕੋਈ ਅੰਮ੍ਰਿਤ ਬਣ ਕੇ ਇਹਦਾ ਪਾਲਣ ਪੋਸ਼ਣ ਜਾਂ ਇਹਨੂੰ ਖੁਰਾਕ ਨਹੀਂ ਦੇਣਗੇ, ਇਹਨੂੰ ਜ਼ਹਿਰ ਬਣ ਕੇ ਇਹਨੂੰ ਹੌਲੀ ਹੌਲੀ ਸਲੋ ਪੋਇਜ਼ਨ ਜਿਹਨੂੰ ਕਹਿੰਦੇ, ਇਹਨੂੰ ਡਸਦੇ ਰਹਿਣਗੇ ਅੰਦਰੂਨੀ ਤੌਰ ਦੇ ਉੱਤੇ। ਤੇ ਪਾਤਸ਼ਾਹ ਕਹਿੰਦੇ ਲਾਲਚ ਬਿਖ ਕਾਮ ਲੁਭਤ ਰਾਤਾਂ, ਮਨ ਵਿਸਰੇ ਪ੍ਰਭ ਹੀਰੇ। ਤੇ ਕਹਿੰਦੇ ਇਸ ਸਰੀਰ ਦੇ ਵਿੱਚ ਜਿਹੜਾ ਹੀਰਾ ਸੀ ਨਾ, ਹੀਰਾ ਰਤਨ, ਉਹ ਪਰਮਾਤਮਾ ਕਹਿੰਦੇ ਉਹਨੂੰ ਵਿਸਾਰ ਦਿੱਤਾ। ਮਨ ਵਿਸਰੇ ਪ੍ਰਭ ਹੀਰੇ, ਹੇ ਮਨਾ ਤੂੰ ਪਰਮਾਤਮਾ ਨੂੰ ਵਿਸਾਰ ਦਿੱਤਾ ਇਸ ਸਰੀਰ ਦੇ ਵਿੱਚੋਂ। ਬਿਖ ਫਲ ਮੀਠ ਲਗੇ ਮਨ ਬੌਰੇ, ਚਾਰ ਵਿਚਾਰ ਨਾ ਜਾਣਿਆ। ਹੁਣ ਸਾਧ ਸੰਗਤ ਜੀ, ਕੋਈ ਨਸ਼ਿਆਂ ਦਾ ਆਦੀ ਹੋਵੇ ਨਾ, ਸ਼ਰਾਬ ਪੀਣ ਵਾਲਾ ਹੋਵੇ, ਮਧੁਰਾ ਪੀਣ ਵਾਲਾ ਹੋਵੇ, ਬੀੜੀ ਸਿਗਰਟ ਦਾ ਨਸ਼ਾ ਕਰਨ ਵਾਲਾ ਹੋਵੇ ਨਾ, ਉਹਨੂੰ ਕੋਈ ਮਨੁੱਖ ਕਵੇ, ਹੇ ਭਾਈ ਇਹ ਨਸ਼ਾ ਜਿਹੜਾ ਤੂੰ ਕਰਦਾ ਨਾ, ਹੋ ਸਕਦਾ ਵੀ ਉਹ ਸਿਗਰਟ ਦੀ ਜਿਹੜੀ ਉਹ ਸਮੋਕਿੰਗ ਵਾਲੀ ਡੱਬੀ ਹੈ ਉਹ 20, 25, 30 ਰੁਪਏ ਦੀ ਹੋਵੇ, ਇਹਦੇ ਨਾਲੋਂ ਕੀਮਤੀ ਤੈਨੂੰ ਸਰੀਰ ਦੇ ਵਾਸਤੇ ਅੰਮ੍ਰਿਤ ਜਿਹੜਾ ਦੁੱਧ ਹੈ, ਤੈਨੂੰ ਉਹ ਦੁੱਧ ਦਿੰਨੇ, ਤੂੰ ਦੁੱਧ ਪੀ ਲਾ, ਇਹਨੂੰ ਛੱਡ ਦੇ। ਜੇ ਉਹਨੂੰ ਚੁਆਇਸ ਦਿੱਤੀ ਜਾਵੇ, ਭਾਈ ਇਹ ਸਸਤੀ ਹੈ, ਮਾੜੀ ਹੈ, ਨੁਕਸਾਨਦਾਇਕ, ਇਹਨਾਂ ਕੈਂਸਰ ਹੋ ਸਕਦਾ, ਤੂੰ ਇਹਦਾ ਤਿਆਗ ਕਰ ਦੇ, ਇਹਦੇ ਬਦਲੇ ਵਿੱਚ ਅਸੀਂ ਤੈਨੂੰ ਦੁੱਧ ਦਿੰਨੇ ਆ, ਤੈਨੂੰ ਘਿਓ ਦਿੰਨੇ ਆ, ਚੰਗੇ ਫਲ ਦਿੰਨੇ ਆ, ਫਰੂਟ ਦਿੰਨੇ ਆ, ਜੂਸ ਦਿੰਨੇ, ਤੂੰ ਇਹ ਪੀ। ਕਹਿੰਦੇ ਉਹਨੂੰ ਉਹ ਪਦਾਰਥ ਜਿਹੜਾ ਨਾ ਨਸ਼ੇ ਵਾਲਾ, ਉਹ ਮਿੱਠਾ ਲੱਗਦਾ, ਤੇ ਉਹ ਦੁੱਧ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ, ਉਹ ਉਹਨੂੰ ਕੌੜੇ ਲੱਗਦੇ ਨੇ। ਉਹ ਕਹਿੰਦਾ ਨਹੀਂ, ਇਹ ਕੌੜੇ ਨੇ ਮੇਰੇ ਵਾਸਤੇ, ਇਹ ਅੰਮ੍ਰਿਤ ਹੈ ਮੇਰੇ ਵਾਸਤੇ। ਇੱਕ ਨਸ਼ਈ ਵਾਸਤੇ, ਇੱਕ ਸ਼ਰਾਬੀ ਵਾਸਤੇ ਉਹ ਰਸਾਇਣਕ ਪਦਾਰਥ ਜਿਹੜੇ ਨੇ, ਉਹ ਜ਼ਹਿਰੀਲੀਆਂ ਵਸਤੂਆਂ ਜਿਹੜੀਆਂ ਨੇ, ਉਹਦੇ ਵਾਸਤੇ ਅੰਮ੍ਰਿਤ ਨੇ, ਉਹਨੂੰ ਲੱਗਦਾ ਇਹ ਅੰਮ੍ਰਿਤ ਨੇ, ਪਰ ਅਸਲ ਵਿੱਚ ਜੋ ਅੰਮ੍ਰਿਤ ਹੈ ਨਾ, ਉਹ ਉਹਨੂੰ ਜ਼ਹਿਰ ਲੱਗਦਾ। ਜਿਹਨੂੰ ਪਾਤਸ਼ਾਹ ਕਹਿੰਦੇ ਅੰਮ੍ਰਿਤ ਕੌੜਾ ਵਿਖਿਆ ਮੀਠੀ, ਸਾਕਤ ਕੀ ਬਿਦ ਨੈਣੋ ਡੀਠੀ। ਸਾਕਤ ਕਹਿੰਦੇ ਨੇ ਜਿਹੜਾ ਗੁਰਬਾਣੀ ਤੋਂ, ਗੁਰੂ ਦੇ ਗਿਆਨ ਤੋਂ ਟੁੱਟਿਆ ਹੋਵੇ, ਬੇਮੁਖ ਹੋਇਆ ਹੋਵੇ ਮਨੁੱਖ, ਉਹਨੂੰ ਸਾਕਤ ਕਹਿੰਦੇ। ਪਾਤਸ਼ਾਹ ਕਹਿੰਦੇ ਐਦਾਂ ਦੇ ਮਨੁੱਖਾਂ ਦੀ, ਉਹਨਾਂ ਨੂੰ ਮੈਂ ਭਲੀ ਭਾਂਤ ਆਪਣੀਆਂ ਅੱਖਾਂ ਨਾਲ ਦੇਖਿਆ, ਉਹਨਾਂ ਦੀ ਹਾਲਤ ਵੇਖੀ ਹੈ। ਉਹਨਾਂ ਦੇ ਵਾਸਤੇ ਅੰਮ੍ਰਿਤ ਕੌੜਾ ਹੁੰਦਾ ਹੈ, ਅੰਮ੍ਰਿਤ ਜ਼ਹਿਰ ਹੁੰਦਾ ਹੈ। ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਤੇ ਜ਼ਹਿਰ ਉਹਨਾਂ ਨੂੰ ਮਿੱਠਾ ਲੱਗਦਾ ਹੈ।
ਸਾਧ ਸੰਗਤ ਜੀ, ਕੋਈ ਨਿੰਦਿਆ ਕਰਨ ਵਾਲਾ ਹੋਵੇ ਨਾ, ਉਹਨੂੰ ਮਨਾ ਕਰੋ ਭਾਈ ਨਿੰਦਿਆ ਨਾ ਕਰ, ਉਹ ਗੁੱਸੇ ਵਿੱਚ ਆਏਗਾ, ਕ੍ਰੋਧਵਾਨ ਹੋਵੇਗਾ। ਕਿਉਂ? ਉਹਦੀ ਜ਼ਿੰਦਗੀ ਦਾ ਆਹਾਰ ਬਣ ਚੁੱਕਿਆ ਹੈ, ਉਹਨੂੰ ਨਿੰਦਿਆ ਬੜੀ ਚੰਗੀ ਲੱਗਦੀ ਹੈ। ਉਹ ਕਿਤੇ ਵਿਆਹ ਸ਼ਾਦੀ ਵਿੱਚ ਜਾਵੇ, ਉੱਥੇ ਬਹਿ ਕੇ ਵੀ ਨਿੰਦਿਆ ਕਰੇਗਾ, ਫਲਾਣੇ ਬਾਰੇ ਦੱਸੋ ਉਹ ਕੀ ਕਹਿੰਦਾ ਸੀ, ਉਹ ਕੀ ਕਰਦਾ ਸੀ। ਉਹਨੂੰ ਤੁਸੀਂ ਸਤਸੰਗ ਦੇ ਵਿੱਚ ਲੈ ਆਵੋ, ਗੁਰੂ ਦੀ ਸੰਗਤ ਵਿੱਚ ਲੈ ਆਵੋ, ਉੱਥੇ ਬੈਠ ਕੇ ਵੀ ਨਾ ਉਹ ਭਜਨ ਬੰਦਗੀ ਵਿੱਚ, ਚੰਗੀ ਸੰਗਤ ਵਿੱਚ ਉਹਦਾ ਮਨ ਨਹੀਂ, ਉਹਦਾ ਮਨ ਲੋੜਦਾ ਵੀ ਮੈਂ ਕੁਝ ਗੱਲਾਂ ਕਰਾਂ ਲੋਕਾਂ ਦੀ, ਕਿਸੇ ਦੀ ਨਿੰਦਿਆ ਕਰਾਂ, ਕਿਸੇ ਦੇ ਪਾਪ ਧੋਵਾਂ ਮੈਂ, ਕਿਸੇ ਦੇ ਬਾਬਤ ਕੂੜ ਕਬੋਲ ਬੋਲਾਂ ਮੈਂ। ਉਹਦਾ ਰਸ ਬਣ ਚੁੱਕਿਆ, ਇਹਦੇ ਕੰਨਾਂ ਦਾ ਰਸ ਨਿੰਦਿਆ ਹੈ, ਉਹਦੀ ਜੀਭਾਂ ਨੂੰ ਕੂੜ ਚੰਗਾ ਲੱਗਦਾ ਹੈ। ਤੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਜਿਹੜਾ ਮਨੁੱਖ ਇਹਦਾ ਆਦੀ ਬਣ ਚੁੱਕਿਆ ਹੈ, ਬਿਖ ਫਲ ਮੀਠ ਲਗੇ ਮਨ ਬੌਰੇ, ਚਾਰ ਵਿਚਾਰ ਨਾ ਜਾਣਿਆ। ਚਾਰ ਵਿਚਾਰ ਕਹਿੰਦੇ ਨੇ ਚੰਗੇ ਗੁਣ, ਚੰਗੀਆਂ ਗੱਲਾਂ ਉਹਨੂੰ ਚੰਗੀਆਂ ਨਹੀਂ ਲੱਗਦੀਆਂ। ਗੁਣ ਤੇ ਪ੍ਰੀਤ ਬੜੀ ਅਨਪਾਤੀ, ਕਹਿੰਦੇ ਗੁਣ ਤੇ ਪ੍ਰੀਤ, ਜਿਹੜੇ ਗੁਣਾਂ ਦੇ ਨਾਲ ਪ੍ਰੀਤ ਹੋਣੀ ਚਾਹੀਦੀ ਸੀ ਨਾ, ਉਹ ਗੁਣਾਂ ਤੋਂ ਉਹ ਮਨੁੱਖ ਕੋਹਾਂ ਦੂਰ ਚਲਿਆ ਗਿਆ। ਉਹਦੀ ਪ੍ਰੀਤ ਮਾਇਆ ਦੇ ਨਾਲ, ਵਿਸ਼ੇ ਵਿਕਾਰਾਂ ਦੇ ਨਾਲ ਪੈ ਗਈ, ਉਹਨੂੰ ਇਹ ਚੰਗਾ ਨਹੀਂ ਲੱਗਦਾ। ਸਤਿਗੁਰ ਪਾਤਸ਼ਾਹ ਫਿਰ ਸਾਨੂੰ ਇਹ ਸਮਝਾਉਣ ਦਾ ਯਤਨ ਕਰਦੇ ਨੇ, ਹੇ ਭਲੇ ਮਨੁੱਖਾ, ਵਿਸ਼ੇ ਵਿਕਾਰਾਂ ਤੋਂ ਛੁਟਕਾਰਾ ਪਾ, ਇਹਨਾਂ ਦਾ ਤਿਆਗ ਕਰ। ਜਿਸ ਵੇਲੇ ਸਾਧ ਸੰਗਤ ਜੀ ਸਿੱਖ ਇਤਿਹਾਸ ਪੜ੍ਹੀਏ ਨਾ, ਕਹਿੰਦੇ ਗੁਰੂ ਅੰਗਦ ਦੇਵ ਪਾਤਸ਼ਾਹ ਖੰਡੂਰ ਸਾਹਿਬ ਦੀ ਨਗਰੀ, ਉਹ ਨਗਰ ਨਵਾਂ ਵਸਾਇਆ ਗੁਰੂਦੇਵ ਸਤਿਗੁਰੂ ਨੇ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਿੱਖ ਇਤਿਹਾਸ ਦੇ ਵਿੱਚ ਨਾ ਗੁਰੂ ਸਾਹਿਬਾਨ ਦਾ ਜਿਹੜਾ ਜੀਵਨ ਹੈ, ਗੁਰੂ ਨਾਨਕ ਦੇਵ ਜੀ ਨੇ ਕਹਿੰਦੇ ਸਭ ਤੋਂ ਪਹਿਲਾਂ ਇੱਕ ਨਗਰ ਦੀ ਉਸਾਰੀ ਕੀਤੀ, ਕਰਤਾਰਪੁਰ ਨਗਰ ਵਸਾਇਆ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਇਸੇ ਤਰ੍ਹਾਂ ਖੰਡੂਰ ਸਾਹਿਬ ਨਗਰ ਵਸਾਇਆ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੋਬਿੰਦਵਾਲ ਸਾਹਿਬ ਨਗਰ ਦੀ ਉਸਾਰੀ ਕੀਤੀ। ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਉਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉਹ ਨਗਰੀ, ਉੱਥੇ ਉਹਨਾਂ ਨੇ ਸਰੋਵਰ ਬਣਵਾਏ। ਅੰਮ੍ਰਿਤਸਰ ਸਰੋਵਰ ਦਾ ਨਿਰਮਾਣ ਉਹਨਾਂ ਨੇ ਕਰਾਇਆ ਉਸ ਨਗਰੀ ਦੇ ਵਿੱਚ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉੱਥੇ ਉਸ ਨਗਰੀ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਬਣਾਇਆ, ਤਰਨ ਤਾਰਨ ਸਾਹਿਬ, ਇਹ ਨਗਰ ਉਹਨਾਂ ਨੇ ਅੱਗੇ ਵਸਾਏ। ਇਹਨਾਂ ਵਿੱਚ ਉਹਨਾਂ ਨੇ ਨਿਰਮਾਣ ਕਰਾਏ, ਬਹੁਤ ਸਾਰੇ ਗੁਰਧਾਮ ਬਣਾਏ, ਬਹੁਤ ਸਾਰੇ ਨਵੇਂ ਨਗਰਾਂ ਦੀ ਉਸਾਰੀ ਕਰਵਾਈ। ਤੇ ਕਹਿੰਦੇ ਗੁਰੂ ਅੰਗਦ ਦੇਵ ਪਾਤਸ਼ਾਹ ਜਿਸ ਵੇਲੇ ਖੰਡੂਰ ਸਾਹਿਬ ਦੇ ਵਿੱਚ ਰਹਿੰਦੇ ਨੇ ਨਾ, ਤੇ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਖੰਡੂਰ ਸਾਹਿਬ ਦੇ ਵਿੱਚ ਨਾ ਜੋਗ ਮਤ ਦਾ ਬੜਾ ਬੋਲਬਾਲਾ ਸੀ। ਉੱਥੇ ਜੋਗੀ ਲੋਕ ਬੜੇ ਰਹਿੰਦੇ ਸੀ, ਜਿਨ੍ਹਾਂ ਦੇ ਵਿੱਚੋਂ ਅਚਲ ਬਟਾਲੇ ਦੇ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜੋਗੀਆਂ ਦੇ ਨਾਲ ਸਿੱਧ ਗੋਸ਼ਟ ਚਰਚਾ ਕੀਤੀ। ਤੇ ਕਹਿੰਦੇ ਸਤਿਗੁਰ ਪਾਤਸ਼ਾਹ ਜੀ ਜਿਸ ਵੇਲੇ ਖੰਡੂਰ ਸਾਹਿਬ ਦੀ ਨਗਰੀ ਵਿੱਚ ਨਾ, ਤਾਂ ਉੱਥੇ ਇੱਕ ਸ਼ਿਵਨਾਥ ਨਾਮ ਦਾ ਇੱਕ ਜੋਗੀ ਹੈ, ਜਿਹਨੂੰ ਕੰਨ ਪਾਟਾ ਵੀ ਕਹਿੰਦੇ ਸਨ, ਕਿਉਂਕਿ ਕੰਨ ਪਾਟੇ, ਕੰਨਾਂ ਵਿੱਚ ਮੁੰਦਰਾਂ ਪਾਈਆਂ ਸਨ। ਤੇ ਕਹਿੰਦੇ ਉਸ ਨਵੇਂ ਨਗਰ ਦੀ ਉਸਾਰੀ ਜਿਸ ਵੇਲੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਕੀਤੀ, ਖੰਡੂਰ ਸਾਹਿਬ ਵਿੱਚ ਸਤਿਗੁਰ ਪਾਤਸ਼ਾਹ ਵਸੇ। ਸਿੱਖ ਧਰਮ ਨੂੰ ਮੰਨਣ ਵਾਲੇ ਉਹ ਪੈਰੋਕਾਰ, ਉਹ ਸ਼ਰਧਾਲੂ ਜਨ ਸੰਗਤਾਂ ਉੱਥੇ ਵਸਾਈਆਂ ਗਈਆਂ। ਉੱਥੇ ਦੀਵਾਨ ਸਜਦੇ, ਗੁਰਧਾਮਾਂ ਦੀ ਉਸਾਰੀ ਕਰਵਾਈ ਗਈ। ਤੇ ਕਹਿੰਦੇ ਉਸੇ ਨਗਰੀ ਦੇ ਵਿੱਚ ਜਿਹੜਾ ਸ਼ਿਵਨਾਥ ਉਹ ਜੋਗੀ ਸੀ ਨਾ, ਉਹ ਗੁਰੂ ਪਾਤਸ਼ਾਹ ਜੀ ਦੀ ਕੀਰਤੀ ਤੋਂ, ਉਹਨਾਂ ਦੇ ਹਰ ਜਸ ਤੋਂ, ਸਿੱਖ ਧਰਮ ਤੋਂ ਨਾ ਬੜਾ ਖਾਰ ਖਾਂਦਾ ਸੀ, ਬੜਾ ਲੱਗਦਾ ਸੀ ਸਤਿਗੁਰੂ ਪਾਤਸ਼ਾਹ ਜੀ ਨਾਲ। ਤੇ ਜਿਸ ਵੇਲੇ ਉੱਥੇ ਖੰਡੂਰ ਸਾਹਿਬ ਦੇ ਵਿੱਚ ਸਿੱਖੀ ਵੱਧਦੀ ਗਈ, ਤੇ ਉਹਨੇ ਕੀ ਕੀਤਾ, ਖੰਡੂਰ ਸਾਹਿਬ ਨੂੰ ਛੱਡ ਕੇ, ਜਿਹੜਾ ਉਹਨਾਂ ਦਾ ਮੱਠ ਸੀ ਨਾ, ਉਹਨੂੰ ਛੱਡ ਕੇ ਕਿਤੇ ਦੂਰ ਦਰਾਡੇ ਚਲੇ ਗਿਆ। ਕਾਫੀ ਸਾਲ ਉੱਥੋਂ ਦੂਰ ਰਿਹਾ। ਕਾਫੀ ਸਾਲਾਂ ਤੋਂ ਬਾਅਦ ਦੇ ਵਿੱਚ ਉਹ ਵਾਪਸ ਫਿਰ ਉੱਥੇ ਪਰਤਿਆ। ਤੇ ਹੁਣ ਮਨ ਦੇ ਵਿੱਚ ਇਹ ਗੱਲ ਆਈ ਵੀ ਗੁਰੂ ਅੰਗਦ ਦੇਵ ਪਾਤਸ਼ਾਹ ਤੋਂ ਆਪਣਾ ਬਦਲਾ ਲੈਣਾ, ਕਿਉਂਕਿ ਇਹ ਨਗਰੀ ਸਾਡੀ ਸੀ, ਇੱਥੇ ਅਸੀਂ ਰਹਿੰਦੇ ਸੀ, ਤੇ ਇੱਥੇ ਹੁਣ ਆ ਕੇ ਕਬਜ਼ਾ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਕਰ ਲਿਆ। ਤੇ ਕਹਿੰਦੇ ਆ ਕੇ ਨਾ ਉਸ ਇਲਾਕੇ ਦੇ ਲੋਕਾਂ ਨੂੰ, ਸੰਗਤਾਂ ਨੂੰ ਉਹਨੇ ਭੈਭੀਤ ਕਰਨਾ ਸ਼ੁਰੂ ਕਰ ਦਿੱਤਾ। ਉਹਨੇ ਇੱਕ ਰਮਜ਼ ਲਾਈ। ਰਮਜ਼ ਕੀ ਸੀ? ਕਹਿੰਦੇ ਵੀ ਖੰਡੂਰ ਸਾਹਿਬ ਦੇ ਵਿੱਚ ਨਾ ਕਾਫੀ ਸਮੇਂ ਤੋਂ ਜਿਹੜੇ ਸਿੱਖ ਲੋਕ, ਆਮ ਕਿਸਾਨ ਲੋਕ ਰਹਿੰਦੇ ਸੀ, ਐਰਕੀ ਦੇਖਿਆ ਵੀ ਭਾਦੋ ਦਾ ਮਹੀਨਾ ਆਇਆ, ਸਾਵਣ ਦਾ ਮਹੀਨਾ ਆਇਆ। ਪਹਿਲਾਂ ਸਾਵਣ ਆਇਆ, ਸਾਵਣ ਦੇ ਵਿੱਚ ਵਰਖਾ ਨਹੀਂ ਹੋਈ। ਕਿਸਾਨਾਂ ਨੇ ਆਪਣੀ ਫਸਲ ਬੀਜਣੀ ਸੀ, ਧਾਨ ਦੀ ਫਸਲ ਬੀਜਣੀ ਸੀ, ਵਰਖਾ ਹੋਈ ਕੋਈ ਨਹੀਂ। ਭਾਦੋਂ ਵੀ ਗੁਜ਼ਰ ਗਿਆ, ਵਰਖਾ ਫਿਰ ਨਹੀਂ ਹੋਈ।
ਕਹਿੰਦੇ ਉਸ ਸ਼ਿਵਨਾਥ ਜੋਗੀ ਨੇ ਕੀ ਕੀਤਾ, ਉੱਥੇ ਦੇ ਕਿਸਾਨਾਂ ਨੂੰ ਇਕੱਠੇ ਕਰਕੇ ਕਿਹਾ, ਇਹ ਨਗਰੀ ਜੋਗ ਮਤ ਦੀ, ਜੋਗੀਆਂ ਦੀ ਨਗਰੀ ਸੀ। ਜਿੰਨਾ ਚਿਰ ਤੱਕ ਤੁਸੀਂ ਜੋਗੀਆਂ ਦੇ ਮਤ ਦੇ ਵਿੱਚ ਰਹੇ, ਜੋਗੀਆਂ ਨੂੰ ਤੁਸੀਂ ਪੂਜਦੇ ਰਹੇ, ਸਾਡੇ ਫਿਰਕੇ ਨੂੰ ਮੰਨਦੇ ਰਹੇ, ਤੁਹਾਡੀ ਨਗਰੀ ਵਿੱਚ ਵਰਖਾ ਵੀ ਹੁੰਦੀ ਸੀ, ਚੰਗੀ ਫਸਲ ਵੀ ਪੈਦਾ ਹੁੰਦੀ ਸੀ, ਤੁਸੀਂ ਖੁਸ਼ਹਾਲ ਜ਼ਿੰਦਗੀ ਬਤੀਤ ਕਰਦੇ ਸੀ। ਪਰ ਜਿਸ ਵੇਲੇ ਇਸ ਨਗਰੀ ਵਿੱਚ ਇਹ ਸਿੱਖ ਪੰਥੀ ਗੁਰੂ ਅੰਗਦ ਦੇਵ ਆਇਆ ਹੈ ਨਾ, ਕਹਿੰਦੇ ਤੁਹਾਡਾ ਨਗਰ ਜਿਹੜਾ ਖੁਸ਼ਹਾਲ ਨਹੀਂ ਰਿਹਾ, ਇੱਥੇ ਵਰਖਾ ਨਹੀਂ ਹੁੰਦੀ, ਇੱਥੇ ਫਸਲ ਵੀ ਪੈਦਾ ਨਹੀਂ ਹੋਏਗੀ, ਇੱਥੇ ਕਾਲ ਪੈ ਜਾਏਗਾ। ਤੇ ਸਾਧ ਸੰਗਤ ਜੀ, ਲੋਕੀ ਉਡੀਕ ਕਰਨ ਲੱਗੇ ਵੀ ਵਰਖਾ ਤੇ ਹੋਈ ਨਹੀਂ। ਕਾਫੀ ਸਮਾਂ ਉਡੀਕ ਕੀਤੀ, ਵਰਖਾ ਫਿਰ ਵੀ ਨਹੀਂ ਹੋਈ। ਉਹਨੇ ਇੱਕ ਸ਼ਰਤ ਗੁਰੂ ਪਾਤਸ਼ਾਹ ਜੀ ਦੇ ਅੱਗੇ ਰੱਖੀ, ਉਹਨਾਂ ਕਿਸਾਨਾਂ ਨੂੰ ਲੈ ਕੇ ਪਹੁੰਚਿਆ ਤੇ ਕਿਸਾਨਾਂ ਨੂੰ ਉਹਨੇ ਭੜਕਾ ਕੇ, ਭਰਮਾ ਕੇ ਇਹ ਗੱਲ ਕਹੀ ਵੀ ਜੇਕਰ ਇਸ ਨਗਰੀ ਦੇ ਵਿੱਚੋਂ ਗੁਰੂ ਅੰਗਦ ਦੇਵ ਪਾਤਸ਼ਾਹ ਨਿਕਲ ਜਾਣ, ਇੱਥੋਂ ਚਲੇ ਜਾਣ ਇਸ ਨਗਰੀ ਨੂੰ ਛੱਡ ਕੇ, ਤੇ ਇਸ ਨਗਰੀ ਦੇ ਵਿੱਚ ਮੈਂ ਵਰਖਾ ਕਰਵਾ ਦਿਆਂਗਾ, ਇਸ ਨਗਰੀ ਫਿਰ ਹਰੀ ਭਰੀ ਹੋ ਜਾਵੇਗੀ, ਖੁਸ਼ਹਾਲ ਹੋ ਜਾਵੇਗੀ। ਹੁਣ ਸਾਧ ਸੰਗਤ ਜੀ, ਮੁਸੀਬਤ ਵਿੱਚ ਪਏ ਕਿਸਾਨ, ਉਹਨਾਂ ਕਿਹਾ ਵੀ ਲੱਗਦਾ ਹੈ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਕਰਕੇ ਵਰਖਾ ਨਹੀਂ ਹੋ ਰਹੀ। ਉਹ ਭਰਮ ਦੇ ਵਿੱਚ ਆ ਗਏ। ਉਹਨਾਂ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਬੇਨਤੀ ਕੀਤੀ, ਤੁਸੀਂ ਸਾਡੀ ਨਗਰੀ ਛੱਡ ਕੇ ਚਲੇ ਜਾਵੋ, ਤੁਹਾਡੇ ਰਹਿੰਦਿਆਂ ਇੱਥੇ ਵਰਖਾ ਨਹੀਂ ਹੋਣੀ। ਗੁਰੂ ਪਾਤਸ਼ਾਹ ਜੀ ਕਹਿੰਦੇ ਠੀਕ ਹੈ, ਜੇਕਰ ਤੁਹਾਡਾ ਇਹਦੇ ਵਿੱਚ ਭਲਾ ਹੈ, ਮੇਰੇ ਇੱਥੇ ਰਹਿਣ ਨਾਲ ਵਰਖਾ ਨਹੀਂ ਹੁੰਦੀ, ਮੈਂ ਚਲੇ ਜਾਣਾ। ਜੇਕਰ ਤੁਹਾਡਾ ਇਹਦੇ ਵਿੱਚ ਭਲਾ ਹੈ, ਮੈਂ ਚਲੇ ਜਾਣਾ ਇੱਥੋਂ। ਗੁਰੂ ਪਾਤਸ਼ਾਹ ਉਸ ਨਗਰੀ ਦਾ ਤਿਆਗ ਕਰਕੇ ਉੱਥੋਂ ਬਾਹਰ ਕਿਤੇ ਹੋਰ ਟਿਕਾਣਾ ਕਰ ਲਿਆ। ਕਹਿੰਦੇ ਉਹ ਜੋਗੀ ਉਸ ਮੱਠ ਦੇ ਵਿੱਚ ਉੱਥੇ ਬੈਠ ਗਿਆ ਸਮਾਧੀ ਲਾ ਕੇ। ਕਿਸਾਨ ਦੇਖਦੇ ਨੇ ਵੀ ਹੁਣ ਵਰਖਾ ਹੋਏਗੀ। ਗੁਰੂ ਅਮਰਦਾਸ ਪਾਤਸ਼ਾਹ ਹਲੇ ਗੁਰਤਾ ਗੱਦੀ ਤੇ ਨਹੀਂ ਬੈਠੇ, ਗੁਰਤਾ ਗੱਦੀ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ, ਤੇ ਗੁਰੂ ਅਮਰਦਾਸ ਪਾਤਸ਼ਾਹ ਨਾ ਇਹਨਾਂ ਦੇ ਸ਼ਰਧਾਲੂ ਨੇ, ਇਹਨਾਂ ਕੋਲ ਆ ਕੇ ਸੇਵਾ ਕਰਦੇ ਨੇ, ਰਹਿੰਦੇ ਨੇ। ਤੇ ਕਹਿੰਦੇ ਗੁਰੂ ਅਮਰਦਾਸ ਪਾਤਸ਼ਾਹ ਪਿੰਡ ਬਾਸਰ ਕੇ ਗਏ ਹੋਏ ਸਨ, ਉੱਥੋਂ ਪਰਤ ਕੇ ਜਿਸ ਵੇਲੇ ਆਏ ਨਾ ਖਡੂਰ ਸਾਹਿਬ, ਆ ਕੇ ਸੁਣਿਆ ਵੀ ਗੁਰੂ ਅੰਗਦ ਦੇਵ ਪਾਤਸ਼ਾਹ ਨਗਰੀ ਛੱਡ ਕੇ ਚਲੇ ਗਏ। ਇਹ ਸਾਰਾ ਬਿਰਤਾਂਤ ਜਿਹੜਾ ਹੈ ਇਸ ਜੋਗੀ ਸ਼ਿਵਨਾਥ ਨੇ ਬਣਾਇਆ। ਤੇ ਕਹਿੰਦੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਵੀ ਇਹ ਤੇ ਗੱਲ ਬੜੀ ਗਲਤ ਹੈ, ਐਦਾਂ ਹੋਣਾ ਨਹੀਂ ਚਾਹੀਦਾ। ਕਹਿੰਦੇ ਜਾ ਕੇ ਖਡੂਰ ਸਾਹਿਬ ਦੇ ਵਿੱਚ ਕਿਸਾਨਾਂ ਨੂੰ ਇਕੱਠੇ ਕਰਕੇ, ਉਹਨਾਂ ਮੋਢੀ ਲੋਕਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਸਮਝਾਇਆ ਵੀ ਭਾਈ ਗੁਰੂ ਅੰਗਦ ਦੇਵ ਪਾਤਸ਼ਾਹ ਗੁਰੂ ਨਾਨਕ ਦੀ ਗੱਦੀ ਦੇ ਵਾਰਿਸ ਨੇ, ਉਹ ਗੁਰੂ ਜੋਤ ਨੇ, ਉਹਨਾਂ ਦਾ ਤਿਰਸਕਾਰ ਕਰਕੇ ਇਸ ਪਿੰਡ ਦੇ ਵਿੱਚੋਂ ਕੱਢਣਾ ਸਾਡੇ ਵਾਸਤੇ ਚੰਗੀ ਗੱਲ ਨਹੀਂ। ਵਰਖਾ ਹੋਣੀ ਜਾਂ ਨਾ ਹੋਣੀ ਉਹ ਤੇ ਪਰਮਾਤਮਾ ਦੇ ਹੱਥ ਵਿੱਚ, ਕੁਦਰਤ ਦੇ ਵਾਸਤੇ, ਕਿਸੇ ਬੰਦੇ ਦੇ ਵਾਸਤੇ ਨਹੀਂ ਹੁੰਦਾ। ਉਹਨਾਂ ਕਿਹਾ ਵੀ ਜੇਕਰ ਇਸ ਜੋਗੀ ਨੇ ਇਹ ਕੌਤਕ ਰਚਿਆ, ਚਲੋ ਏਦਾਂ ਕਰਦੇ ਆ, ਜੋਗੀ ਨੂੰ ਕਹਿੰਦੇ ਆ ਵੀ ਤੈਨੂੰ ਕੁਛ ਦਿਨ ਦਾ ਸਮਾਂ ਦਿੱਤਾ, 1 ਹਫ਼ਤੇ ਦਾ, ਤੂੰ ਵਰਖਾ ਕਰਾ ਦੇ। ਜੇਕਰ ਵਰਖਾ ਹੋ ਗਈ, ਇਸ ਨਗਰੀ ਦਾ ਮਾਲਕ ਤੂੰ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਇੱਥੋਂ ਬਾਹਰ ਰਹਿਣਗੇ, ਇਹ ਨਗਰੀ ਤੇਰੀ। ਜੇਕਰ ਵਰਖਾ ਨਾ ਹੋਈ ਤੇ ਇਹ ਨਗਰੀ ਛੱਡ ਕੇ ਤੈਨੂੰ ਜਾਣਾ ਪਵੇਗਾ। ਕਹਿੰਦੇ 7 ਦਿਨ ਦਾ ਸਮਾਂ ਕਿਸਾਨਾਂ ਨੇ ਦੇ ਦਿੱਤਾ। 7 ਦਿਨ ਬਤੀਤ ਹੋ ਗਏ ਪਰ ਵਰਖਾ ਨਹੀਂ ਹੋਈ। ਉਹ ਵੀ ਹੁਣ ਫਿਕਰ ਦੇ ਵਿੱਚ ਪੈ ਗਿਆ, ਦੁਬਿਧਾ ਵਿੱਚ ਪੈ ਗਿਆ, ਭਾਈ ਵਰਖਾ ਤੇ ਹੋਈ ਕੋਈ ਨਹੀਂ। ਉਹਨੇ ਬੜੀਆਂ ਰਿੱਧੀਆਂ ਸਦੀਆਂ, ਬੜੇ ਜੋਗ ਮਤ ਦੇ ਉਹਨੇ ਕਾਰਜ ਜਿਹੜੇ ਸਨ ਉਹ ਕੀਤੇ, ਪਰ ਉਹਦੇ ਨਾਲ ਵੀ ਉਹ ਵਰਖਾ ਨਹੀਂ ਹੋਈ। ਬੜੇ ਉਪਾਏ ਕੀਤੇ, ਬੜੇ ਯਤਨ ਕੀਤੇ, ਵਰਖਾ ਨਹੀਂ ਹੋਈ। ਕਹਿੰਦੇ ਕਿਸਾਨ ਜਿਹੜੇ ਸਨ ਨਾ, ਜਿਹੜੇ ਆਕਰੋਸ਼ ਦੇ ਵਿੱਚ ਆਏ ਸਨ, ਇੱਕ ਤੇ ਉਹਨਾਂ ਨੂੰ ਇਹ ਲੱਗਦਾ ਸੀ ਵੀ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਨਗਰੀ ਚੋਂ ਕੱਢਿਆ, ਸਾਨੂੰ ਸਰਾਪ ਲੱਗ ਜਾਏਗਾ ਹੁਣ। ਤੇ ਕਹਿੰਦੇ ਗੁੱਸੇ ਵਿੱਚ ਆਏ ਉਹਨਾਂ ਕਿਸਾਨਾਂ ਨੇ ਨਾ, ਜਦੋਂ 7 ਦਿਨ ਪੂਰੇ ਹੋਏ ਤੇ ਉਸ ਜੋਗੀ ਸ਼ਿਵਨਾਥ ਨੂੰ ਫੜ ਕੇ ਲੈ ਆਂਦਾ। ਕਹਿੰਦੇ ਸਾਰਿਆਂ ਨੇ ਫੜ ਕੇ ਉਹਨੂੰ ਲੱਤਾਂ ਤੋਂ ਘਸੀਟਣਾ ਸ਼ੁਰੂ ਕਰ ਦਿੱਤਾ। ਇੰਨੇ ਵਿੱਚ ਕੀ ਹੋਇਆ, ਉਹਦੀ ਮੌਤ ਹੋ ਗਈ। ਲੋਕਾਂ ਨੇ ਫੜ ਕੇ, ਕਿਸਾਨਾਂ ਨੇ ਆਕਰੋਸ਼ ਵਿੱਚ ਕਹਿੰਦੇ ਉਹਨੂੰ ਮਾਰਿਆ ਕੁੱਟਿਆ, ਉਹਦੀ ਮੌਤ ਹੋ ਗਈ। ਕਿਸੇ ਨੇ ਇਹ ਗੱਲ ਕਹਿ ਦਿੱਤੀ, ਕਹਿਣ ਲੱਗੇ ਵੀ ਏਦਾਂ ਹੈ ਵੀ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਨਗਰੀ ਵਿੱਚੋਂ ਕੱਢਿਆ, ਹੁਣ ਤੁਹਾਨੂੰ ਪਾਪ ਲੱਗੇਗਾ। ਤੇ ਲੋਕੀ ਪਾਪ ਤੋਂ ਬਚਣ ਖਾਤਰ ਕਹਿੰਦੇ ਉਹਨੂੰ ਮਾਰਨ ਕੁੱਟਣ ਲੱਗ ਗਏ। ਕਹਿੰਦੇ ਜਿਸ ਵੇਲੇ ਮਾਰਿਆ ਕੁੱਟਿਆ, ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਪਤਾ ਲੱਗਿਆ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਭੱਜੇ ਭੱਜੇ ਉਸ ਨਗਰੀ ਵਿੱਚ ਵਾਪਸ ਆਏ ਵੀ ਭਲਿਓ ਏਦਾਂ ਦਾ ਕੰਮ ਨਾ ਕਰੋ, ਕਿਸੇ ਨੂੰ ਮਾਰਨਾ ਸਾਡਾ ਕੰਮ ਨਹੀਂ, ਇਹ ਪਾਪ ਕਮਾਉਣਾ ਹੈ। ਕਹਿੰਦੇ ਜਦੋਂ ਸਤਿਗੁਰੂ ਪਾਤਸ਼ਾਹ ਉਸ ਨਗਰੀ ਵਿੱਚ ਵਾਪਸ ਪਰਤੇ ਨਾ, ਤੇ ਇਹ ਪਰਮਾਤਮਾ ਦੀ ਕਿਰਪਾ ਸੀ, ਅਕਾਲ ਪੁਰਖ ਦੀ ਨਜ਼ਰ ਦ੍ਰਿਸ਼ਟੀ ਸੀ ਵੀ ਗੁਰੂ ਅਮਰਦਾਸ
ਗੁਰੂ ਅੰਗਦ ਦੇਵ ਪਾਤਸ਼ਾਹ ਦੇ ਆਉਂਦਿਆਂ ਸਾਰ ਉਸ ਨਗਰੀ ਵਿੱਚ ਕਹਿੰਦੇ ਆਸਮਾਨ ਦੇ ਵਿੱਚ ਉਹ ਕਾਲੇ ਬੱਦਲ ਛਾ ਕੇ ਆ ਗਏ। ਕਹਿੰਦੇ ਬੱਦਲ ਛਾਏ ਤੇ ਵਰਖਾ ਹੋਣ ਲੱਗੀ। ਵਿੱਚੋਂ ਕਿਸੇ ਨੇ ਕਹਿ ਦਿੱਤਾ, ਭਾਈ ਇਹ ਵਰਖਾ ਉਹਨਾਂ ਦੇ ਖੇਤਾਂ ਵਿੱਚ ਹੋਵੇਗੀ ਜਿਨ੍ਹਾਂ ਨੇ ਫੜ ਕੇ ਇਸ ਜੋਗੀ ਨੂੰ ਮਾਰਿਆ, ਤੇ ਕਹਿੰਦੇ ਜਿਨ੍ਹਾਂ ਨੇ ਨਹੀਂ ਮਾਰਿਆ ਨਾ ਉਹਨਾਂ ਦੇ ਖੇਤਾਂ ਵਿੱਚ ਵਰਖਾ ਨਹੀਂ ਹੋਣੀ। ਕਹਿੰਦੇ ਉਹ ਮਰੇ ਹੋਏ ਨੂੰ ਕਿਸਾਨ ਜਿਹੜੇ ਨੇ ਨਾ ਆਪਣੇ ਖੇਤਾਂ ਵਿੱਚ ਘਸੀਟੀ ਫਿਰਦੇ ਨੇ, ਭਾਈ ਸਾਡੇ ਖੇਤਾਂ ਵਿੱਚ ਵੀ ਵਰਖਾ ਹੋ ਜਾਵੇ। ਇੰਨਾ ਤਿਰਸਕਾਰ ਉਹਦਾ ਕੀਤਾ ਮਰਨ ਤੋਂ ਬਾਅਦ ਵਿੱਚ। ਕਹਿੰਦੇ ਫਿਰ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਉਹਨਾਂ ਨੂੰ ਸਮਝਾਇਆ, ਭਾਈ ਸਾਡੇ ਨਾਲ ਕੋਈ ਮਾੜਾ ਵੀ ਕਰੇ, ਸਾਡੇ ਨਾਲ ਕੋਈ ਬੁਰਾ ਵੀ ਕਰੇ, ਬਦਲੇ ਦੇ ਵਿੱਚ ਅਸੀਂ ਉਹਦੇ ਨਾਲ ਕਦੇ ਬੁਰਾ ਨਹੀਂ ਕਰਨਾ। ਇਹਨੇ ਜੋ ਕੀਤਾ ਜੋਗ ਮਤ ਵਿੱਚ ਰਹਿੰਦਿਆਂ ਹੋਇਆਂ ਇਹਨੇ ਜੋ ਕੀਤਾ ਉਹਦਾ ਫਲ ਇਹਨੂੰ ਪਰਮਾਤਮਾ ਨੇ ਦੇ ਦਿੱਤਾ, ਇਹਨੂੰ ਸਜ਼ਾ ਮਿਲ ਗਈ। ਪਰ ਸਾਨੂੰ ਕੋਈ ਅਧਿਕਾਰ ਨਹੀਂ ਕਿਸੇ ਨੂੰ ਮਾਰਨਾ ਜਾਂ ਕਿਸੇ ਦੇ ਬਾਬਤ ਮਾੜੇ ਬੋਲ ਬੋਲਣਾ। ਸਾਧ ਸੰਗਤ ਜੀ, ਸਿਆਣੇ ਲੋਕ ਕਹਿੰਦੇ ਨੇ, ਕਹਿੰਦੇ ਵੀ ਜਦੋਂ ਕੋਈ ਮਨੁੱਖ ਨਾ ਕਿਸੇ ਦੇ ਬਾਬਤ ਅਪਮਾਨਜਨਕ ਸ਼ਬਦ ਬੋਲਦਾ ਹੈ, ਗੁੱਸੇ ਵਿੱਚ ਆ ਕੇ ਕਿਸੇ ਨੂੰ ਮਾੜਾ ਬੋਲਦਾ ਹੈ, ਗੁੱਸੇ ਵਿੱਚ ਆ ਕੇ ਕਿਸੇ ਨੂੰ ਗਾਲੀ ਗਲੋਚ ਕਰਦਾ, ਕਿਸੇ ਦਾ ਅਪਮਾਨ ਕਰਦਾ ਨਾ, ਤੇ ਕਹਿੰਦੇ ਅਸਲ ਦੇ ਵਿੱਚ ਉਹ ਅਪਮਾਨ ਕਿਸੇ ਹੋਰ ਦਾ ਨਹੀਂ ਹੁੰਦਾ। ਕਹਿੰਦੇ ਜਿਸ ਤਰ੍ਹਾਂ ਦੇ ਨਾਲ ਕੋਈ ਮਨੁੱਖ ਨਾ ਹੱਥ ਦੇ ਵਿੱਚ ਜ਼ਹਿਰ ਫੜ ਕੇ ਆਪਣੇ ਦੁਸ਼ਮਣ ਦਾ ਨਾਮ ਲੈ ਕੇ ਤੇ ਉਹ ਜ਼ਹਿਰ ਆਪ ਪੀ ਲਵੇ, ਤੇ ਕਹਿੰਦੇ ਮੌਤ ਦੁਸ਼ਮਣ ਦੀ ਨਹੀਂ ਹੋਵੇਗੀ, ਮੌਤ ਉਹ ਜ਼ਹਿਰ ਪੀਣ ਵਾਲੇ ਦੀ ਹੋਵੇਗੀ। ਜਿਹਨੇ ਜ਼ਹਿਰ ਪੀਤਾ, ਦੁਸ਼ਮਣ ਦਾ ਨਾਮ ਲਿਆ, ਉਹਦੀ ਮੌਤ ਨਹੀਂ ਹੋਵੇਗੀ। ਜਿਹਨੇ ਜ਼ਹਿਰ ਪੀਤਾ ਮੌਤ ਉਹਦੀ ਹੋਵੇਗੀ। ਜਦੋਂ ਅਸੀਂ ਕਿਸੇ ਨੂੰ ਅਪਮਾਨਜਨਕ ਸ਼ਬਦ ਬੋਲਦੇ ਆ ਨਾ, ਅਗਲੇ ਨੂੰ ਤੇ ਕਾਨੂੰਨੀ ਤੌਰ ਦੇ ਉੱਤੇ ਤੇ ਠੀਕ ਹੈ ਵੀ ਉਹ ਸਾਡੇ ਤੇ ਕੇਸ ਕਰ ਸਕਦਾ ਹੈ, ਮਾਨਹਾਨੀ ਦੇ ਕੇਸ ਦਰਜ ਕਰ ਸਕਦਾ ਹੈ, ਪਰ ਅਧਿਆਤਮਿਕ ਦੁਨੀਆ ਵਿੱਚ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿਸੇ ਨੂੰ ਮੰਦਾ ਬੋਲਣ ਦੇ ਨਾਲ ਅਸੀਂ ਆਪਣਾ ਆਪ ਅੰਦਰ ਜਾਲਦੇ ਹਾਂ, ਆਪਣਾ ਆਪ ਅਸੀਂ ਦੂਸ਼ਿਤ ਕਰਦੇ ਹਾਂ, ਅਗਲੇ ਨੂੰ ਕੋਈ ਫਰਕ ਨਹੀਂ ਪੈਂਦਾ। ਜਿਸ ਤਰ੍ਹਾਂ ਦੇ ਨਾਲ ਕੋਈ ਦੁਸ਼ਮਣ ਦਾ ਨਾਮ ਲੈ ਕੇ ਜ਼ਹਿਰ ਪੀ ਲਵੇ ਨਾ, ਮੌਤ ਉਹਦੀ ਆਪ ਦੀ ਹੋਵੇਗੀ, ਦੁਸ਼ਮਣ ਨੂੰ ਕੋਈ ਫਰਕ ਨਹੀਂ ਪੈਂਦਾ। ਇਸ ਤਰ੍ਹਾਂ ਹੈ ਸਾਧ ਸੰਗਤ ਜੀ, ਕਿਸੇ ਦੇ ਬਾਬਤ ਬੁਰਾ ਸੋਚਣਾ, ਅਸਲ ਵਿੱਚ ਬੁਰਾ ਕਿਸੇ ਦਾ ਨਹੀਂ, ਬੁਰਾ ਸਾਡਾ ਆਪ ਦਾ ਹੁੰਦਾ ਹੈ। ਕਿਸੇ ਦਾ ਬੁਰਾ ਲੱਖ ਵਾਰੀ ਸੋਚੀਏ, ਪਰ ਸਾਧ ਸੰਗਤ ਜੀ ਕਿਸੇ ਦਾ ਬੁਰਾ ਲੱਖ ਵਾਰੀ ਸੋਚੀਏ, ਕਹਿੰਦੇ ਉਹ ਪਰਮਾਤਮਾ ਜਦੋਂ ਸਾਡਾ ਚੰਗਾ ਸੋਚਣ ਵਾਲਾ ਬੈਠਾ ਨਾ, ਫਿਰ ਕਿਸੇ ਦੇ ਕਿਹਾ ਕਿਸੇ ਦਾ ਬੁਰਾ ਕਦੇ ਹੁੰਦਾ ਵੀ ਨਹੀਂ। ਸੋ ਸਤਿਗੁਰੂ ਪਾਤਸ਼ਾਹ ਸਾਨੂੰ ਫਿਰ ਸਮਝਾਉਣ ਦਾ ਯਤਨ ਕਰਦੇ ਨੇ ਇਸ ਸ਼ਬਦ ਦੇ ਰਾਹੀਂ, ਹੇ ਭਲੇ ਮਨੁੱਖਾ ਤੂੰ ਕਿਉਂ ਮਾਇਆ ਦੇ ਜਾਲ ਦੇ ਵਿੱਚ ਪਿਆ ਹੋਇਆ ਹੈ। ਜਾਂ ਜਗ ਮੈਂ ਕੋ ਰਹਿਣ ਨਾ ਪਾਵੈ, ਇੱਕ ਆਵੈ ਇੱਕ ਜਾਹੀ। ਕਹਿੰਦੇ ਸਦੀਵ ਕਾਲ ਸਦਾ ਵਾਸਤੇ ਇਹ ਦੁਨੀਆ ਵਿੱਚ ਕੋਈ ਪੱਕਾ ਰਹਿ ਨਹੀਂ ਸਕਦਾ। ਇੱਕ ਮਨੁੱਖ ਆਉਂਦਾ ਹੈ ਤੇ ਇੱਕ ਮਨੁੱਖ ਸੰਸਾਰ ਵਿੱਚੋਂ ਚਲਿਆ ਜਾਂਦਾ ਹੈ। ਹਜ਼ਾਰਾਂ ਲੋਕਾਂ ਦੇ ਜਨਮ ਹੁੰਦੇ ਨੇ ਤੇ ਸਾਧ ਸੰਗਤ ਜੀ ਹਜ਼ਾਰਾਂ ਦੀ ਰੋਜ਼ਾਨਾ ਮੌਤ ਵੀ ਹੁੰਦੀ ਹੈ। ਕਿਤੇ ਖੁਸ਼ੀਆਂ ਮਨਾਈਆਂ ਜਾਂਦੀਆਂ, ਕਿਤੇ ਗਮ ਮਨਾਏ ਜਾਂਦੇ ਨੇ। ਇਹ ਆਉਣ ਜਾਣ ਤੇ ਸੰਸਾਰ ਵਿੱਚ ਲੱਗਿਆ ਹੋਇਆ, ਕੋਈ ਸਦੀਵ ਇੱਥੇ ਟਿਕਿਆ ਨਹੀਂ। ਕਾਂ ਕੋ ਤਨ ਤਨ ਸੰਪਤ, ਕਾਂ ਕੀ ਕਾਂ ਸੋ ਨਿਹ ਲਗਾਈ। ਕਹਿੰਦੇ ਕਾਂ ਕੋ ਕਿਸ ਦਾ, ਤਨ ਤੇ ਧਨ। ਕਹਿੰਦੇ ਇਹ ਸੰਪਤੀ ਜਿਹੜੀ ਹੈ, ਧਨ ਪਦਾਰਥ ਹੈ ਸਾਧ ਸੰਗਤ ਜੀ, ਇਹ ਤਨ ਕਿਸੇ ਦਾ ਨਹੀਂ ਹੋਇਆ। ਮਨੁੱਖ ਮਰਨਾ ਨਹੀਂ ਚਾਹੁੰਦਾ, ਪਰ ਉਸ ਤੋਂ ਪਹਿਲਾਂ ਇਹ ਤਨ ਜਿਹੜਾ ਸਾਥ ਛੱਡ ਦਿੰਦਾ ਹੈ। ਇਹ ਰੋਗੀ ਹੋ ਜਾਂਦਾ, ਇਹ ਸਾਥ ਛੱਡ ਦਿੰਦਾ, ਇਹ ਸਦਾ ਨਿਭਦਾ ਨਹੀਂ। ਪਰ ਮਨੁੱਖ ਤੇ ਮਰਨਾ ਨਹੀਂ ਨਾ ਚਾਹੁੰਦਾ, ਮਨੁੱਖ ਤੇ ਚਾਹੁੰਦਾ ਮੈਂ ਹਜ਼ਾਰਾਂ ਸਾਲ ਜੀਵਾਂ। ਪਰ ਕਾਰਨ ਕੀ ਹੈ ਵੀ ਨਹੀਂ ਜੀ ਸਕਦਾ, ਇਹ ਤਨ ਸਾਥ ਨਹੀਂ ਦਿੰਦਾ। ਜੇਕਰ ਤਨ ਸਾਥ ਦੇਵੇ ਨਾ, ਫਿਰ ਤੇ ਕਦੇ ਮਰਨ ਦੀ ਇੱਛਾ ਵੀ ਨਾ ਹੋਵੇ, ਇਹ ਸਾਥ ਛੱਡ ਦਿੰਦਾ ਹੈ। ਤੇ ਪਾਤਸ਼ਾਹ ਕਹਿੰਦੇ ਧਨ ਪਦਾਰਥ, ਜਿਨ੍ਹਾਂ ਧਨ ਪਦਾਰਥਾਂ ਨੂੰ ਕਮਾ ਕੇ ਆਪਣੇ ਆਪਣੇ ਸਮਝਦਾ, ਕਹਿੰਦੇ ਉਹ ਇਹਦੇ ਸਾਥ ਨਹੀਂ ਨਿਭਦੇ। ਲੋੜ ਪੈਣ ਤੇ ਉਹ ਸਿਆਣੇ ਕਹਿੰਦੇ ਵੀ ਜਦੋਂ ਮੌਤ ਨੇੜੇ ਆਈ ਹੋਵੇ ਨਾ, ਐਂਬੂਲੈਂਸ ਦਾ ਨੰਬਰ ਲਾਈਏ ਉਹ ਵੀ ਨਹੀਂ ਲੱਗਦਾ, ਕਿਸੇ ਮਦਦਗਾਰ ਨੂੰ ਫੋਨ ਕਰੀਏ ਉਹ ਫੋਨ ਵੀ ਨਹੀਂ ਚੱਕਦਾ, ਕੋਈ ਨੇੜੇ ਲੱਗਦਾ ਨਹੀਂ। ਪਾਤਸ਼ਾਹ ਕਹਿੰਦੇ ਫਿਰ ਧਨ ਪਦਾਰਥ ਕਾਹਦੇ ਵਾਸਤੇ, ਇਹ ਸਦਾ ਨਿਭਣ ਵਾਲੇ ਨਹੀਂ। ਇਹ ਸੰਪਤੀ ਸਦਾ ਸੰਸਾਰ ਵਿੱਚ ਤੇਰੀ ਟਿੱਕੀ ਨਹੀਂ ਰਹਿਣੀ। ਤੇ ਪਾਤਸ਼ਾਹ ਕਹਿੰਦੇ ਸੰਪਤ ਕਾਂ ਕੀ ਕਾਂ ਸੋ ਨੇਹ ਲਗਾਈ। ਵੀ ਜਿਨ੍ਹਾਂ ਚੀਜ਼ਾਂ ਦੇ ਨਾਲ ਤੂੰ ਨੇਹ ਲਾਈ ਫਿਰਦਾ ਨਾ, ਆਪਣਾ ਮਨ ਜੋੜੀ ਬੈਠਾ, ਉਹ ਭਲਿਆ ਇਹ ਤੇਰੀਆਂ ਨਹੀਂ, ਤੇਰੇ ਨਾਲ ਟਿਕਣ ਵਾਲੀਆਂ ਨਹੀਂ।
ਜੋ ਦਿਸੈ ਸੋ ਸਗਲ ਬਿਨਾਸੈ, ਜਿਉ ਬਾਂਦਰ ਕੀ ਛਾਈ। ਕਹਿੰਦੇ ਜੋ ਕੁਛ ਵੀ ਸੰਸਾਰ ਵਿੱਚ ਨਜ਼ਰ ਆਉਂਦਾ ਹੈ ਬੱਦਲ ਦੀ ਤਰ੍ਹਾਂ ਹੈ। ਕਹਿੰਦੇ ਗਰਮੀ ਦਾ ਮੌਸਮ, ਬੜੀ ਗਰਮੀ, ਬੜੀ ਧੁੱਪ ਆਸਮਾਨ ਦੇ ਵਿੱਚ ਛਾਈ ਹੋਈ ਹੈ, ਸੂਰਜ ਤਪਸ਼ ਦੇ ਰਿਹਾ। ਕਹਿੰਦੇ ਮੁਸਾਫਿਰ ਰਸਤੇ ਵਿੱਚ ਤੁਰੇ ਜਾਂਦੇ ਨੇ, ਕਿਤੇ ਛਾਂ ਮਿਲਦੀ ਤੇ ਰੁਕ ਜਾਂਦੇ ਨੇ। ਤੇ ਕਹਿੰਦੇ ਉਸ ਗਰਮੀ ਦੇ ਵਿੱਚ ਨਾ ਜਦੋਂ ਉਹ ਬੱਦਲ ਜਿਹੜੇ ਨੇ ਸੂਰਜ ਦੇ ਸਾਹਮਣੇ ਆ ਜਾਂਦੇ ਨੇ, ਬੱਦਲ ਆ ਕੇ ਸੂਰਜ ਨੂੰ ਢੱਕ ਲੈਂਦੇ ਨੇ ਤੇ ਕਹਿੰਦੇ ਛਾਂ ਬਣ ਜਾਂਦੀ ਹੈ, ਚਾਰੇ ਪਾਸੇ ਠੰਡਕ ਬਣ ਜਾਂਦੀ ਹੈ। ਤੇ ਮੁਸਾਫਿਰ ਨੂੰ ਲੱਗਦਾ ਵੀ ਹੁਣ ਠੰਡ ਹੋ ਗਈ, ਹੁਣ ਛਾਂ ਬਣ ਗਈ, ਹੁਣ ਮੌਸਮ ਸੁਹਾਵਣਾ ਬਣ ਗਿਆ। ਕਹਿੰਦੇ ਉਹ ਮਾਰਗ ਦੇ ਉੱਤੇ ਤੁਰ ਪੈਂਦੇ ਨੇ ਵੀ ਆਪਣੀ ਮੰਜ਼ਿਲ ਤੇ ਤੁਰੀਏ, ਹੁਣ ਤੇ ਮੌਸਮ ਠੰਡਾ ਹੈ। ਪਰ ਹਵਾ ਆਉਂਦੀ ਹੈ, ਉਹ ਬੱਦਲ ਉੱਡ ਜਾਂਦੇ ਨੇ, ਫਿਰ ਗਰਮੀ ਹੋ ਜਾਂਦੀ ਹੈ, ਫਿਰ ਤਪਸ਼ ਹੋ ਜਾਂਦੀ ਹੈ, ਫਿਰ ਉਹ ਦੇਖਦੇ ਨੇ ਬੜੀ ਤਪਸ਼ ਹੈ। ਇਸ ਤਰ੍ਹਾਂ ਪਾਤਸ਼ਾਹ ਜੀ ਕਹਿੰਦੇ ਸਦਾ ਦੁਨੀਆ ਦੇ ਉੱਤੇ ਇਹ ਸੁੱਖ ਸੁਵਿਧਾਵਾਂ ਬਣੀਆਂ ਨਹੀਂ ਰਹਿਣੀਆਂ। ਇਹ ਸੰਸਾਰ ਉਸ ਬੱਦਲ ਦੀ ਛਾਂ ਦੀ ਤਰ੍ਹਾਂ ਹੈ, ਬਾਂਦਰ ਕੀ ਛਾਈ, ਕਦੇ ਧੁੱਪ ਤੇ ਕਦੇ ਛਾਂ, ਕਦੇ ਧੁੱਪ ਤੇ ਕਦੇ ਛਾਂ, ਸਦਾ ਇਹ ਟਿਕਣ ਵਾਲੀਆਂ ਨਹੀਂ। ਤਾਜ ਅਭਿਮਾਨ ਸ਼ਰਨ ਸੰਤਨ ਕਹੋ, ਮੁਕਤ ਹੋਏ ਛਿਨ ਮਾਹੀ। ਪਾਤਸ਼ਾਹ ਜੀ ਬਚਨ ਕਰਦੇ, ਕਹਿੰਦੇ ਤਜ ਅਭਿਮਾਨ, ਆਪਣਾ ਅਭਿਮਾਨ ਜਿਹੜਾ ਹੈ ਨਾ, ਆਪਣਾ ਅਹੰਕਾਰ ਹੈ, ਇਹਦਾ ਤਿਆਗ ਕਰਦੇ। ਜਿਹਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿੰਦੇ ਸਾਧੋ ਮਨ ਕਾ ਮਾਣ ਤਿਆਗੋ, ਆਪਣਾ ਮਾਣ ਅਭਿਮਾਨ ਤਿਆਗ ਦਵੋ, ਇਹਨੂੰ ਛੱਡ ਦਵੋ। ਤੇ ਸਾਧ ਸੰਗਤ ਜੀ ਇਸੇ ਕਰਕੇ ਕਹਿੰਦੇ ਨਾ, ਕਹਿੰਦੇ ਵੀ ਜਦੋਂ ਗੁਰਦੁਆਰੇ ਆਈਏ ਨਾ, ਜਦੋਂ ਅਸੀਂ ਗੁਰਦੁਆਰੇ ਆਉਂਦੇ ਆ ਤੇ ਕਹਿੰਦੇ ਜਿਹੜੀ ਵਡਿਆਈ ਹੈ ਨਾ, ਜਿਹੜਾ ਮਾਣ ਅਭਿਮਾਨ ਲਈ ਫਿਰਦੇ, ਮੈਂ ਵੱਡਾ, ਮੈਂ ਉੱਚਾ, ਮੇਰੇ ਕੋਲ ਪੈਸਾ, ਮੇਰੇ ਕੋਲ ਗੱਡੀਆਂ, ਤੇ ਕਹਿੰਦੇ ਜਦੋਂ ਗੁਰਦੁਆਰੇ ਵਿੱਚ ਪ੍ਰਵੇਸ਼ ਕਰੀਏ ਨਾ ਤੇ ਕਹਿੰਦੇ ਉਦੋਂ ਇਹ ਬਾਹਰ ਛੱਡ ਕੇ ਆਈਏ ਸਾਰਾ ਕੁਝ, ਵੀ ਮੇਰਾ ਮੁਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ ਸਤਿਗੁਰੂ, ਮੇਰਾ ਤੇ ਮੇਰੇ ਕੋਲ ਹੈ ਵੀ ਨਹੀਂ ਕੁਛ। ਇਸੇ ਕਰਕੇ ਵਿਦਵਾਨ ਕਥਨ ਕਰਦੇ ਨੇ, ਉਹਨਾਂ ਦੇ ਅਲਫਾਜ਼ ਨੇ ਇਦਾਂ ਦੇ ਵੀ ਹਰਿਮੰਦਰ ਸਾਹਿਬ ਦੀ ਵਡਿਆਈ ਕਰਦੇ ਤਾਂ ਉਹ ਕਹਿੰਦੇ ਵੀ ਜਦੋਂ ਨਾ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਵੇਸ਼ ਕਰਦੇ ਆ ਨਾ ਤੇ ਉਹ ਪੌੜੀਆਂ ਉਤਰ ਕੇ ਜਾਣਾ ਪੈਂਦਾ ਹੈ। ਤੇ ਕਹਿੰਦੇ ਵੀ ਪੌੜੀਆਂ ਉਤਰ ਕੇ ਕਿਉਂ ਜਾਣਾ ਪੈਂਦਾ ਹੈ? ਉਹ ਕਹਿੰਦੇ ਪੌੜੀਆਂ ਇਸ ਕਰਕੇ ਉਤਰਨੀਆਂ ਪੈਂਦੀਆਂ ਨੇ, ਆਪਣੇ ਆਪ 'ਚ ਮੈਂ ਬਹੁਤ ਵੱਡਾ, ਆਪਣੇ ਨਾਮ ਦੇ ਅੱਗੇ ਬੜੇ ਲਕਬ ਲਾਏ ਹੋਏ ਨੇ, ਬੜੀਆਂ ਡਿਗਰੀਆਂ ਲਾਈਆਂ ਹੋਈਆਂ ਨੇ, ਬੜੇ ਉੱਚੇ ਅਹੁਦੇ ਲਾਏ ਨੇ। ਕੋਈ ਮਿਨਿਸਟਰ ਬਣ ਜੇ ਉਹ ਸਦਾ ਵਾਸਤੇ ਮਿਨਿਸਟਰ ਲਾ ਲੈਂਦਾ, ਮੈਂ ਮੰਤਰੀ ਬਣ ਗਿਆ। ਕਹਿੰਦੇ ਅਭਿਮਾਨ ਬੜਾ ਚੱਕੀ ਫਿਰਦਾ ਹੈ। ਤੇ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਜਦੋਂ ਇਸ ਧਰਮ ਦੀ ਨਗਰੀ ਵਿੱਚ ਆਉਣਾ ਨਾ, ਗੁਰੂ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਆਉਣਾ, ਉਹ ਭਲਿਆ ਪੌੜੀਆਂ ਉਤਰਨ ਦਾ ਮਤਲਬ ਹੈ ਆਪਣੇ ਮਨ ਨੂੰ ਨੀਵਾਂ ਕਰਕੇ ਆਈ। ਜਿਹੜਾ ਮਨੁੱਖ ਪੌੜੀਆਂ ਉਤਰੇਗਾ ਨਾ, ਉਹਨੂੰ ਪਹਿਲਾਂ ਜਾਂਚ ਆ ਜਾਵੇ, ਭਲਿਆ ਏਦਾਂ ਗੁਰੂ ਦੇ ਚਰਨਾਂ ਵਿੱਚ ਨੀਵੇਂ ਹੋ ਕੇ ਜਾਈਦਾ। ਤੇ ਸਾਧ ਸੰਗਤ ਜੀ ਫਲ ਹਮੇਸ਼ਾ ਨੀਵੇਂ ਰੁੱਖਾਂ ਨੂੰ ਲੱਗਦੇ ਨੇ, ਵੱਡੇ ਸਿਮਲ ਦੇ ਖਜੂਰ ਦੇ ਰੁੱਖਾਂ ਨੂੰ ਫਲ ਵੀ ਨਹੀਂ ਲੱਗਦੇ, ਫਲ ਵੀ ਨੀਵਿਆਂ ਨੂੰ ਲੱਗਦੇ ਨੇ। ਜਿਸ ਰੁੱਖ ਨੂੰ ਬਹੁਤੇ ਫਲ ਲੱਗੇ ਹੋਣ ਨਾ, ਕਹਿੰਦੇ ਉਹ ਮਾਣ ਦੇ ਨਾਲ ਨੀਵਾਂ ਹੋ ਜਾਂਦਾ, ਧਰਤੀ ਨੂੰ ਆ ਕੇ ਲਿਪ ਜਾਂਦਾ। ਤੇ ਪਾਤਸ਼ਾਹ ਜੀ ਕਹਿੰਦੇ ਨਿਮਰਤਾ ਇਸ ਗੱਲ ਦਾ ਪ੍ਰਤੀਕ ਹੈ ਵੀ ਇਹਦੇ ਕੋਲ ਕੁਛ ਹੈ, ਫਲ ਨੀਵਿਆਂ ਨੂੰ ਲੱਗਦੇ। ਪਾਤਸ਼ਾਹ ਕਹਿੰਦੇ ਤਜ ਅਭਿਮਾਨ ਸ਼ਰਨ ਸੰਤਨ ਗੋਹ, ਮੁਕਤ ਹੋਏ ਛਿਨ ਮਾਹੀ। ਆਪਣਾ ਮਾਣ ਅਭਿਮਾਨ ਛੱਡ ਦੇ ਤੇ ਸੰਤ ਜਨਾਂ ਦੀ ਸ਼ਰਨ ਵਿੱਚ ਚਲਿਆ ਜਾ, ਤਾਂ ਤੈਨੂੰ ਮੁਕਤੀ ਪ੍ਰਾਪਤ ਹੋਵੇਗੀ, ਤੂੰ ਮੁਕਤ ਹੋਵੇਗਾ। ਜਨ ਨਾਨਕ ਭਗਵੰਤ ਭਜਨ ਬਿਨ, ਸੁਖ ਸੁਪਨੇ ਭੀ ਨਾਹੀ। ਜਨ ਨਾਨਕ, ਗੁਰੂ ਨਾਨਕ ਦੇਵ ਪਾਤਸ਼ਾਹ ਬਚਨ ਕਰਦੇ ਨੇ, ਭਗਵੰਤ ਭਜਨ ਬਿਨ, ਉਸ ਪਰਮਾਤਮਾ ਦੇ ਭਜਨ ਤੋਂ ਬਗੈਰ, ਉਹਦੀ ਬੰਦਗੀ ਤੋਂ ਬਗੈਰ ਸੁਖ ਸੁਪਨੇ ਵਿੱਚ ਵੀ ਨਹੀਂ ਹੋ ਸਕਦਾ ਸਾਨੂੰ ਪ੍ਰਾਪਤ। ਕਹਿੰਦੇ ਪਰਮਾਤਮਾ ਨੂੰ ਭੁਲਾ ਕੇ ਨਾ, ਨਾਮ ਵਿਸਾਰ ਕਰੇ ਰਸ ਭੋਗ, ਸੁਖ ਸੁਪਨੇ ਨਹੀਂ ਤਨ ਮੈਂ ਰੋਗ। ਕਹਿੰਦੇ ਪਰਮਾਤਮਾ ਨੂੰ ਵਿਸਾਰ ਕੇ ਨਾ ਜਿੰਨੇ ਮਰਜ਼ੀ ਪਦਾਰਥ ਤੂੰ ਛਕੀ ਜਾ, ਖਾਣ ਵਾਸਤੇ ਪਦਾਰਥ ਉਹ ਮਿੱਠੇ ਹੋ ਸਕਦੇ ਨੇ। ਪਾਤਸ਼ਾਹ ਜੀ ਕਹਿੰਦੇ ਸੁਖ ਸੁਪਨੇ ਨਹੀਂ ਤਨ ਮੈਂ ਰੋਗ, ਤੂੰ ਸੁਪਨੇ ਵਿੱਚ ਵੀ ਸੁਖੀ ਨਹੀਂ ਹੋ ਸਕਦਾ। ਸਾਧ ਸੰਗਤ ਜੀ ਜਿਹਦੇ ਘਰ ਦੇ ਵਿੱਚ ਨਾ ਦਿਨੇ ਕਲੇਸ਼ ਬਣਿਆ ਰਵੇ, ਉਹ ਨੌਕਰੀ ਜਾਵੇ ਉੱਥੇ ਕਲੇਸ਼ ਬਣਿਆ ਰਵੇ, ਕਹਿੰਦੇ ਉਹ ਰਾਤ ਨੂੰ ਕਿਤੇ ਸੌਂ ਵੀ ਜਾਵੇ ਨਾ, ਉਹਦੇ ਵਿੱਚ ਵੀ ਕਲੇਸ਼ ਹੀ ਬਣਿਆ ਰਹਿੰਦਾ, ਉਹਨੂੰ ਸੁੱਖ ਪ੍ਰਾਪਤ ਨਹੀਂ ਹੁੰਦਾ। ਤੇ ਪਾਤਸ਼ਾਹ ਕਹਿੰਦੇ ਇੱਕ ਪਰਮਾਤਮਾ ਦਾ ਓਟ ਆਸਰਾ ਤੱਕ
ਉਹਦੀ ਸ਼ਰਨ ਦੇ ਵਿੱਚ ਚਲਿਆ ਜਾ। ਸੰਸਾਰ ਦੇ ਵਿਖੇ ਵਿਕਾਰਾਂ ਨੂੰ ਛੱਡ ਕੇ ਇੱਕ ਪਰਮਾਤਮਾ ਨਾਲ ਪ੍ਰੀਤ ਵਾ ਜਿਹੜਾ ਤੇਰੇ ਨਾਲ ਨਿਭਣ ਵਾਲਾ ਹੈ। ਸੋ ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਵਿਚਾਰਾ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਦਿਓ ਅਸੀਸ। ਵਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰੰਗਾ ਮਹਲਾ ਨੌਵਾਂ। ਕਹਾ ਮਨ ਵਿਖਿਆ ਸਿਉ ਲਪਟਾਹੀ। या जग मह को रहन न पावै। एक आवै एक जाही रहाओ। काको तन तन संपत। काकी कास्यों नेहा लगाई। जो दिसै सो